ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ਦੇ ਵਿੱਚ ਪੜਤਾਲੀਆ ਕਮੇਟੀ ਨੇ ਆਪਣੀ ਸੰਖੇਪ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਦੇ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਨੇ। ਰਿਪੋਰਟ ਦੇ ਵਿੱਚ ਐਸਜੀਪੀਸੀ ਦੇ 14 ਮੁਲਾਜ਼ਮਾਂ ਤੇ ਅਧਿਕਾਰੀਆਂ ਤੇ ਵੱਡੇ ਖੁਲਾਸੇ ਕੀਤੇ ਗਏ ਨੇ, ਪਰ ਐਸਜੀਪੀਸੀ ਦੇ ਪ੍ਰਧਾਨ ਤੇ ਮੈਂਬਰ ਸਹਿਬਾਨਾਂ ਦੇ ਬਾਰੇ ਬਹੁਤਾ ਕੁਝ ਨਹੀਂ ਲਿਖਿਆ ਗਿਆ। ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਬਾਰੇ ਬਣੀ ਪੜਤਾਲੀਆ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ 14 ਮੁਲਾਜ਼ਮਾਂ ਤੇ ਅਧਿਕਾਰੀਆਂ ਤੇ ਗੰਭੀਰ ਸਵਾਲ ਖੜੇ ਕੀਤੇ ਨੇ। ਜਾਂਚ ਰਿਪੋਰਟ ਦੇ ਵਿੱਚ ਨਾ ਸਿਰਫ ਇਹ ਦੱਸਿਆ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਏ ਨੇ, ਬਲਕਿ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਰਿਕਾਰਡ ਦੇ ਵਿੱਚ ਘਟ ਰਹੇ ਸਰੂਪਾਂ ਨੂੰ ਪੂਰਾ ਕਰਨ ਦੇ ਲਈ ਵੀ ਅਣਅਧਿਕਾਰਿਕ ਤੌਰ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੰਦੀਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਹੈਲਪਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਨੇ ਆਪਣੀ ਡਿਊਟੀ ਜ਼ਿੰਮੇਵਾਰੀ ਦੇ ਨਾਲ ਨਹੀਂ ਨਿਭਾਈ। 2013-14 ਤੋਂ ਪਾਵਨ ਸਰੂਪਾਂ ਦੇ ਰਿਕਾਰਡ ਦੇ ਨਾਲ ਛੇੜਛਾੜ ਹੋ ਰਹੀ ਸੀ। ਕੁਝ ਮੌਕਿਆਂ ਤੇ ਇਸ ਛੇੜਛਾੜ ਬਾਰੇ ਪਤਾ ਵੀ ਲੱਗਿਆ, ਪਰ ਬਾਵਜੂਦ ਇਸ ਦੇ ਕੋਈ ਐਕਸ਼ਨ ਨਹੀਂ ਕੀਤਾ ਗਿਆ। ਕਮਲਜੀਤ ਸਿੰਘ ਪੜਤਾਲੀਆ ਰਿਪੋਰਟ ਦੇ ਵਿੱਚ ਸਹਾਇਕ ਸੁਪਰਵਾਈਜ਼ਰ ਰਹੇ ਕਮਲਜੀਤ ਸਿੰਘ ਦੀ ਭੂਮਿਕਾ ਵੱਡੇ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਕਮਲਜੀਤ ਸਿੰਘ ਪਾਵਨ ਸਰੂਪਾਂ ਬਾਰੇ ਲੈਜ਼ਰ ਤੇ ਰਿਕਾਰਡ ਰੱਖਦਾ ਸੀ, ਪਰ ਇਲਜ਼ਾਮ ਨੇ ਕਿ ਉਸਨੇ ਰਿਕਾਰਡ ਦੇ ਵਿੱਚ ਵੱਡੀ ਹੇਰਾਫੇਰੀ ਕਰ ਦਿੱਤੀ। ਸਾਲ 2015 ਤੋਂ 2020 ਤੱਕ ਦੇ ਓਪਨਿੰਗ ਤੇ ਕਲੋਜ਼ਿੰਗ ਬੈਲੈਂਸ ਬਦਲ ਦਿੱਤੇ। ਰਿਪੋਰਟ ਇਹ ਵੀ ਦੱਸਦੀ ਹੈ ਕਿ ਕਮਲਜੀਤ ਸਿੰਘ, ਜਸਪਿੰਦਰ ਸਿੰਘ ਤੇ ਨਿਸ਼ਾਨ ਸਿੰਘ ਦੀ ਨਿਗਰਾਨੀ ਦੇ ਵਿੱਚ ਪਾਵਨ ਸਰੂਪਾਂ ਦੀ ਪੜਤਾਲ ਹੋਈ ਤੇ 18 ਅਗਸਤ 2015 ਨੂੰ ਇੱਕ ਰਿਪੋਰਟ ਸੌਂਪੀ ਗਈ, ਜਿਸ ਵਿੱਚ ਦਿਖਾਇਆ ਗਿਆ ਕਿ 239 ਸਰੂਪ ਜ਼ਿਆਦਾ ਨੇ, ਪਰ ਜੋ ਲੈਜ਼ਰ ਪੜਤਾਲੀਆ ਕਮੇਟੀ ਨੂੰ ਸੌਂਪੀ ਗਈ ਉਸ ਦੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ 18 ਮਈ 2015 ਨੂੰ 239 ਸਰੂਪ ਵੱਧ ਨਹੀਂ ਬਲਕਿ 328 ਸਰੂਪ ਘੱਟ ਸਨ। ਰਿਪੋਰਟ ਦੇ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਮਿਲੀਭੁਗਤ ਦੇ ਨਾਲ ਸੰਗਤ ਨੂੰ ਸਰੂਪ ਦਿੱਤੇ ਗਏ ਤੇ ਉਹਨਾਂ ਦਾ ਕੋਈ ਬਿੱਲ ਨਹੀਂ ਕੱਟਿਆ ਗਿਆ ਤੇ ਕੋਈ ਫੰਡ ਟਰਸਟ ਦੇ ਵਿੱਚ ਜਮ੍ਹਾਂ ਨਹੀਂ ਹੋਇਆ, ਯਾਨੀ ਪੈਸੇ ਦਾ ਹੇਰ-ਫੇਰ ਹੋਇਆ। ਰਿਪੋਰਟ ਇਹ ਦੱਸਦੀ ਹੈ ਕਿ ਜਦੋਂ ਮੁਲਜ਼ਮਾਂ ਨੂੰ ਸਰੂਪਾਂ ਦੇ ਘੱਟ ਹੋਣ ਬਾਰੇ ਪਤਾ ਲੱਗਿਆ ਤਾਂ ਉਸ ਦੀ ਭਰਪਾਈ ਲਈ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ। ਪਾਵਨ ਸਰੂਪ ਅਣਅਧਿਕਾਰਿਕ ਤਰੀਕੇ ਦੇ ਨਾਲ ਤਿਆਰ ਕੀਤੇ ਗਏ। 31 ਮਈ 2020 ਤੋਂ ਪਹਿਲਾਂ 125 ਹੋਰ ਪਾਵਨ ਸਰੂਪ ਅਣਅਧਿਕਾਰਿਕ ਤੌਰ ਦੇ ਉੱਤੇ ਤਿਆਰ ਕੀਤੇ ਗਏ, ਪਰ ਲਾਕਡਾਊਨ ਦੀ ਵਜ੍ਹਾ ਕਰਕੇ ਇਹਨਾਂ ਦੀ ਜਲਦਬੰਦ ਨਹੀਂ ਹੋ ਸਕੀ ਤੇ ਇਹ ਜਲਦ ਸਾਜ਼ਾਂ ਦੇ ਕੋਲ ਹੀ ਪਏ ਨੇ। ਇਹ ਵੀ ਹੋ ਸਕਦਾ ਹੈ ਕਿ ਵਧੀਕ ਅੰਗਾਂ ਤੋਂ ਬਹੁਤ ਸਾਰੇ ਅਣਅਧਿਕਾਰਿਕ ਸਰੂਪ ਤਿਆਰ ਕਰਕੇ ਬਾਹਰ ਦਿੱਤੇ ਹੋਣ, ਕਿਉਂਕਿ ਕਮਲਜੀਤ ਸਿੰਘ 19 ਸਾਲਾਂ ਤੋਂ ਇਸੇ ਡਿਊਟੀ ਉੱਤੇ ਸੀ। ਜਾਂਚ ਰਿਪੋਰਟ ਦੇ ਵਿੱਚ ਦਰਜ ਹੈ ਕਿ 19 ਮਈ 2016 ਨੂੰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਦੇ ਵਿੱਚ ਸ਼ਾਰਟ ਸਰਕਟ ਕਰਕੇ ਅਗਨ ਭੇਟ ਹੋਏ ਸਰੂਪਾਂ ਬਾਰੇ ਵੀ ਹੇਰ-ਫੇਰ ਹੈ। ਪ੍ਰਤੱਖਦਰਸ਼ੀਆਂ ਮੁਤਾਬਕ 14 ਸਰੂਪ ਨੁਕਸਾਨੇ ਗਏ, ਜਦਕਿ ਕਮਲਜੀਤ ਮੁਤਾਬਕ 80 ਸਰੂਪ ਨੁਕਸਾਨੇ ਗਏ ਸਨ, ਜੋ ਕਿ ਰਿਕਾਰਡ ਦੇ ਵਿੱਚ ਘਟ ਰਹੇ ਸਰੂਪਾਂ ਦਾ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। 2018 ਦੇ ਵਿੱਚ ਫਲਾਈਂਗ ਟੀਮ ਦੀ ਰਿਪੋਰਟ ਦੇ ਵਿੱਚ ਕਮਲਜੀਤ ਸਿੰਘ ਤੇ ਬਾਜ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ, ਬਲਕਿ ਕਮਲਜੀਤ ਸਿੰਘ ਨੂੰ ਅਹਿਮ ਜ਼ਿੰਮੇਵਾਰੀ ਤੇ ਰੱਖਿਆ ਗਿਆ। ਰਿਪੋਰਟ ਦੇ ਵਿੱਚ ਦੂਜੇ ਨੰਬਰ ਤੇ ਕਲਰਕ ਬਾਜ ਸਿੰਘ ਦਾ ਨਾਮ ਹੈ। ਬਾਜ ਸਿੰਘ ਨੂੰ ਕਮਲਜੀਤ ਸਿੰਘ ਨਾਲ ਸਾਜ਼ਿਸ਼ਕਾਰ ਦੱਸਿਆ ਗਿਆ ਹੈ। 23 ਅਕਤੂਬਰ 2018 ਦੀ ਫਲਾਈਂਗ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਬਾਜ ਸਿੰਘ ਤੋਂ 9,82,700 ਰੁਪਏ ਦੇ ਗਬਨ ਦੀ ਵਸੂਲੀ ਕਰਵਾਈ ਗਈ। ਇਹ ਜੁਰਮਾਨਾ ਸਾਲ 2013 ਤੋਂ 2017 ਤੱਕ ਦਾ ਸੀ। ਬਾਜ ਸਿੰਘ ਤੇ ਇਲਜ਼ਾਮ ਹੈ ਕਿ ਉਸਨੇ ਰਸੀਦਾਂ ਕੱਟੀਆਂ, ਪਰ ਉਹਨਾਂ ਰਕਮ ਜਮ੍ਹਾਂ ਕਰਵਾਉਣ ਦੀ ਥਾਂ ਆਪਣੀ ਜੇਬ ਦੇ ਵਿੱਚ ਪਾ ਲਈ। ਫਲਾਈਂਗ ਵਿਭਾਗ ਦੇ ਵੱਲੋਂ ਬਾਜ ਸਿੰਘ ਨੂੰ ਕਿਸੇ ਅਹਿਮ ਅਹੁਦੇ ਤੇ ਡਿਊਟੀ ਨਾ ਦੇਣ ਦੀ ਸਿਫਾਰਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਉਸ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਤ ਸਕੱਤਰ ਗੁਰਪਚਨ ਸਿੰਘ ਤੇ ਵੀ ਅਣਅਧਿਕਾਰਿਕ ਸਰੂਪ ਤਿਆਰ ਕਰਵਾਉਣ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਨੇ।
ਰਿਪੋਰਟ ਮੁਤਾਬਕ ਗੁਰਬਚਨ ਸਿੰਘ ਨੇ ਵਧੀਕ ਅੰਗਾਂ ਤੋਂ 61 ਤੇ 125 ਪਾਵਨ ਸਰੂਪ ਤਿਆਰ ਕਰਨ ਦੇ ਲਈ ਜਲਦਸਾਜ਼ਾਂ ਨੂੰ ਜ਼ੁਬਾਨੀ ਹੁਕਮ ਦਿੱਤੇ ਸਨ, ਪਰ ਜਦੋਂ 61 ਸਰੂਪਾਂ ਦੀ ਗੱਲ ਸਾਹਮਣੇ ਆਈ ਤਾਂ ਕਮਲਜੀਤ ਸਿੰਘ ਨੂੰ ਅਣਅਧਿਕਾਰਿਕ ਢੰਗ ਦੇ ਨਾਲ ਤਿਆਰ ਸਰੂਪਾਂ ਦੀ ਸਟੋਰ ਰਸੀਦ ਕੱਟਣ ਲਈ ਕਿਹਾ। ਗੁਰਬਚਨ ਸਿੰਘ ਦੀਆਂ ਬਹੁਤ ਸਾਰੀਆਂ ਟੈਲੀਫੋਨ ਰਿਕਾਰਡਿੰਗ ਵੀ ਪੜਤਾਲੀਆ ਕਮੇਟੀ ਦੇ ਕੋਲ ਨੇ, ਜਿਸ ਵਿੱਚ ਉਹ ਠੇਕੇਦਾਰ ਕੁਲਵੰਤ ਸਿੰਘ ਤੇ ਗੁਰਮੁਖ ਸਿੰਘ ਦੇ ਨਾਲ ਅਣਅਧਿਕਾਰਿਕ ਤੌਰ ਦੇ ਉੱਤੇ ਤਿਆਰ ਕੀਤੇ ਜਾ ਰਹੇ ਸਰੂਪਾਂ ਬਾਰੇ ਗੱਲ ਕਰਦਾ ਹੈ। ਚੌਥਾ ਨਾਂ ਹੈਲਪਰ ਦਲਬੀਰ ਸਿੰਘ ਦਾ ਹੈ, ਜਿਸ ਤੇ ਪਵਨ ਸਰੂਪਾਂ ਦੇ ਕੱਟੇ ਜਾਂਦੇ ਡੂਚਾਂ ਦੀਆਂ ਐਂਟਰੀਆਂ ਬਦਲਣ ਦਾ ਇਲਜ਼ਾਮ ਹੈ। ਦਲਬੀਰ ਸਿੰਘ ਨੇ ਕਈ ਵਾਰ ਡੁੱਚ ਕੱਟਣ ਤੋਂ ਬਾਅਦ ਕਾਰਬਨ ਕਾਪੀ ਉੱਤੇ ਪੈਨ ਦੇ ਨਾਲ ਬਾਅਦ ਦੇ ਵਿੱਚ ਐਂਟਰੀਆਂ ਤਬਦੀਲੀਆਂ ਕੀਤੀਆਂ, ਜੋ ਰਿਕਾਰਡ ਦੇ ਵਿੱਚ ਹੇਰਾਫੇਰੀ ਸੀ। ਪੰਜਵਾਂ ਨੰਬਰ ਜਲਦਸਾਜ਼ਾਂ ਕੁਲਵੰਤ ਸਿੰਘ ਤੇ ਜਸਪ੍ਰੀਤ ਸਿੰਘ ਦਾ ਹੈ, ਜਿਨ੍ਹਾਂ ਨੇ ਗੁਰਬਚਨ ਸਿੰਘ ਦੀ ਜ਼ੁਬਾਨੀ ਹੁਕਮਾਂ ਤੇ 61 ਵੱਡੇ ਆਕਾਰ ਦੇ ਪਵਨ ਸਰੂਪ ਅਣਅਧਿਕਾਰਿਕ ਤਰੀਕੇ ਦੇ ਨਾਲ ਤਿਆਰ ਕਰਕੇ ਕਮਲਜੀਤ ਸਿੰਘ ਨੂੰ ਦਿੱਤੇ। ਇਹਨਾਂ ਦੋਵਾਂ ਦੇ ਕੋਲ ਜ਼ਿਲਦਬੰਦੀ ਲਈ ਪਵਨ ਸਰੂਪਾਂ ਦੇ ਕਿੰਨੇ ਅੰਗ ਆਏ, ਕਿੰਨੇ ਵਰਤੇ ਗਏ, ਇਸ ਬਾਰੇ ਕੋਈ ਰਿਕਾਰਡ ਨਹੀਂ ਹੈ। ਇਸ ਲਈ ਦੋਵੇਂ ਜਲਦਸਾਜ਼ਾਂ ਨੂੰ ਪਵਨ ਸਰੂਪਾਂ ਦੀ ਬੇਅਦਬੀ ਤੇ ਬਾਤ ਘਾਟ ਦੇ ਲਈ ਬਰਾਬਰ ਦੇ ਜ਼ਿੰਮੇਵਾਰ ਜਾਂਚ ਰਿਪੋਰਟ 'ਚ ਮੰਨਿਆ ਗਿਆ ਹੈ। ਕਮਲਜੀਤ ਸਿੰਘ, ਬਾਜ ਸਿੰਘ, ਦਲਬੀਰ ਸਿੰਘ ਤੇ ਗੁਰਬਚਨ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਰਿਕਾਰਡ ਨਾਲ ਛੇੜਛਾੜ ਕਰਨ ਅਤੇ ਫਿਰ ਆਪਣੀ ਉਸ ਗਲਤੀ ਨੂੰ ਲੁਕਾਉਣ ਦੇ ਲਈ ਅਣਅਧਿਕਾਰਿਕ ਤੌਰ ਤੇ ਵੱਖਰੇ ਸਰੂਪ ਛਪਵਾਉਣ ਦੇ ਇਲਜ਼ਾਮ ਲੱਗੇ ਨੇ, ਜਦਕਿ ਕੁਲਵੰਤ ਸਿੰਘ ਤੇ ਜਸਪ੍ਰੀਤ ਜਲਦਬਾਜ਼ ਨੇ ਜਿਨ੍ਹਾਂ ਤੇ ਅਣਅਧਿਕਾਰਿਕ ਸਰੂਪ ਛਾਪਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਨੇ। ਇਸ ਤੋਂ ਇਲਾਵਾ ਐਸਜੀਪੀਸੀ ਦੇ ਕੁਝ ਹੋਰ ਅਧਿਕਾਰੀ ਤੇ ਮੈਂਬਰ ਨੇ ਜਿਨ੍ਹਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਇਸ ਤੋਂ ਬਾਅਦ ਨਾਮ ਆਉਂਦਾ ਹੈ ਸਤਿੰਦਰ ਸਿੰਘ, ਮੀਤ ਸਕੱਤਰ ਫਾਈਨਾਂਸ ਦਾ, ਜੋ 2016 ਦੇ ਵਿੱਚ ਪਬਲਿਕੇਸ਼ਨ ਵਿਭਾਗ ਦੇ ਵਿੱਚ ਮੀਤ ਸਕੱਤਰ ਦੇ ਅਹੁਦੇ ਉੱਤੇ ਸੀ। 19 ਮਈ 2016 ਨੂੰ ਸ਼ਾਰਟ ਸਰਕਟ ਤੇ ਪਾਣੀ ਦੀਆਂ ਬੁਛਾੜਾਂ ਦੇ ਨਾਲ ਨੁਕਸਾਨੇ ਗਏ ਪਾਵਨ ਸਰੂਪਾਂ ਦਾ ਉਸਨੇ ਕੋਈ ਰਿਕਾਰਡ ਨਹੀਂ ਰੱਖਿਆ। ਗੋਇੰਦਵਾਲ ਸਾਹਿਬ ਦੇ ਵਿੱਚ ਜਿੱਥੇ ਸਰੂਪਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਵੀ ਕੋਈ ਐਂਟਰੀ ਨਹੀਂ ਮਿਲੀ, ਜੋ ਕਿ ਵੱਡੀ ਲਾਪਰਵਾਹੀ ਹੈ। ਮੀਤ ਸਕੱਤਰ ਨਿਸ਼ਾਨ ਸਿੰਘ ਦੇ ਇਲਜ਼ਾਮ ਨੇ ਕਿ 18 ਅਗਸਤ 2015 ਨੂੰ ਉਸਨੇ ਪਾਵਨ ਸਰੂਪਾਂ ਦੀ ਵਾਸਤਵਿਕ ਤਸਦੀਕ ਕਰਵਾਈ। ਨਿਸ਼ਾਨ ਸਿੰਘ ਨੇ ਸਟੋਰ ਦੇ ਵਿੱਚ 239 ਪਾਵਨ ਸਰੂਪ ਵੱਧ ਹੋਣ ਦੀ ਰਿਪੋਰਟ ਦਿੱਤੀ, ਜਦਕਿ ਜਾਂਚ ਕਮਿਸ਼ਨ ਦੀ ਰਿਪੋਰਟ ਮੁਤਾਬਕ ਉਸ ਵੇਲੇ 239 ਸਰੂਪ ਵੱਧ ਨਹੀਂ ਬਲਕਿ 328 ਸਰੂਪ ਘੱਟ ਸਨ। ਨਿਸ਼ਾਨ ਸਿੰਘ ਨੇ 2013 ਤੇ 2015 ਦੇ ਲੇਜ਼ਰ ਚੈੱਕ ਕਰਨ ਦਾ ਵੀ ਦਾਅਵਾ ਕੀਤਾ ਸੀ, ਪਰ ਜਾਂਚ ਕਮਿਸ਼ਨ ਮੁਤਾਬਕ ਉਸ ਦਾ ਦਾਅਵਾ ਝੂਠਾ ਸੀ। ਲੇਜ਼ਰ ਚੈੱਕ ਕੀਤੇ ਹੁੰਦੇ ਤਾਂ ਹਕੀਕਤ ਉਸ ਵੇਲੇ ਹੀ ਸਾਹਮਣੇ ਆ ਜਾਂਦੀ। 18 ਫਰਵਰੀ 2015 ਨੂੰ ਨਿਸ਼ਾਨ ਸਿੰਘ ਦੇ ਆਫਿਸ ਨੋਟ ਤੇ ਮਨਜੀਤ ਸਿੰਘ ਸਕੱਤਰ ਨੇ ਨਿਗਰਾਨੀ ਦੇ ਵਿੱਚ ਪਾਵਨ ਸਰੂਪਾਂ ਦੀ ਪੜਤਾਲ ਹੋਈ ਤੇ ਰਿਪੋਰਟ ਦੇ ਵਿੱਚ ਪਾਵਨ ਸਰੂਪਾਂ ਨੂੰ ਸਸਪੈਂਸ ਖਾਤੇ ਦੇ ਵਿੱਚ ਪਾ ਦਿੱਤਾ ਗਿਆ, ਜੋ ਵੱਡੀ ਅਣਗਹਿਲੀ ਸੀ। ਐਸਜੀਪੀਸੀ ਦੇ ਨਿਯਮਾਂ ਮੁਤਾਬਿਕ ਸਕੱਤਰ ਦੇ ਵੱਲੋਂ ਸਟਾਕ ਲੇਜ਼ਰਾਂ ਦੀ ਪੜਤਾਲ ਕਰਨੀ ਜਾਂ ਕਰਵਾਉਣੀ ਬਣਦੀ ਸੀ, ਜੋ ਨਹੀਂ ਹੋਈ। ਮਾਰਚ 2019 ਤੋਂ ਫਰਵਰੀ 2020 ਤੱਕ ਮਨਜੀਤ ਸਿੰਘ ਪਬਲਿਕੇਸ਼ਨ ਵਿਭਾਗ ਦੇ ਸਕੱਤਰ ਸਨ ਤੇ ਉਹਨਾਂ ਦੇ ਸਮੇਂ 'ਚ ਹੇਠਲੇ ਸਟਾਫ ਨੇ 61 ਪਾਵਨ ਸਰੂਪ ਅਣਅਧਿਕਾਰਿਕ ਤੌਰ ਦੇ ਉੱਤੇ ਤਿਆਰ ਕਰਵਾਏ, ਜਿਸ ਦੀ ਮਨਜੀਤ ਸਿੰਘ ਨੇ ਕੋਈ ਨਜ਼ਰਸਾਨੀ ਨਹੀਂ ਕੀਤੀ। ਪਰਮਦੀਪ ਸਿੰਘ ਪਬਲਿਕੇਸ਼ਨ ਵਿਭਾਗ ਦੇ ਵਿੱਚ ਮਿਤੀ 23 ਨਵੰਬਰ 2015 ਤੋਂ 1 ਸਾਲ ਬਤੌਰ ਇੰਚਾਰਜ ਸੇਵਾ ਨਿਭਾ ਰਹੇ ਸਨ। 19 ਮਈ 2016 ਦੀ ਅਗਨਭੇਟ ਦੀ ਘਟਨਾ ਉਹਨਾਂ ਦੇ ਸਮੇਂ ਹੋਈ ਸੀ। ਪਰਮਦੀਪ ਸਿੰਘ ਨਾ ਤਾਂ ਪਾਵਨ ਸਰੂਪਾਂ ਦੇ ਸੰਸਕਾਰ ਦੇ ਲਈ ਗੋਇੰਦਵਾਲ ਸਾਹਿਬ ਗਏ ਅਤੇ ਨਾ ਹੀ ਉਹਨਾਂ ਕੋਈ ਰਿਕਾਰਡ ਰੱਖਿਆ ਕਿ ਜੋ ਪਾਵਨ ਸਰੂਪ ਨੁਕਸਾਨੇ ਗਏ ਸਨ ਉਹਨਾਂ ਦਾ ਲੜੀ ਨੰਬਰ ਕੀ ਸੀ। ਬਤੌਰ ਇੰਚਾਰਜ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਪਾਵਨ ਸਰੂਪਾਂ ਦਾ ਰਿਕਾਰਡ ਸਹੀ ਤਰੀਕੇ ਦੇ ਨਾਲ ਰਖਵਾਉਂਦੇ। ਡਾਕਟਰ ਰੂਪ ਸਿੰਘ 2016 ਚ ਪਬਲਿਕੇਸ਼ਨ ਵਿਭਾਗ ਦੇ ਸਕੱਤਰ ਰਹੇ, ਫਿਰ ਉਹਨਾਂ ਕਦੇ ਵੀ ਪਾਵਨ ਸਰੂਪਾਂ ਦੀ ਵਾਸਤਵਿਕ ਤਸਦੀਕ ਨਹੀਂ ਕਰਵਾਈ। ਸਾਲ 2015 ਚ ਮਨਜੀਤ ਸਿੰਘ ਸਕੱਤਰ ਦੇ ਵੱਲੋਂ ਇੱਕ ਆਫਿਸ ਨੋਟ ਦਿੱਤਾ ਗਿਆ
ਜਿਸ ਵਿੱਚ ਉਹਨਾਂ ਪੰਜਾਬ ਸਿੰਘ ਅਕਾਊਂਟੈਂਟ ਦੀ ਵਾਸਤਵਿਕ ਤਸਦੀਕ ਨੂੰ ਲੈਜ਼ਰ ਦੇ ਨਾਲ ਮਿਲਾਉਣ ਦੀ ਡਿਊਟੀ ਲਗਾਈ ਸੀ। ਮਨਜੀਤ ਸਿੰਘ ਸਕੱਤਰ ਦੀ ਪਬਲੀਕੇਸ਼ਨ ਵਿਭਾਗ ਤੋਂ ਬਦਲੀ ਹੋਣ ਕਾਰਨ ਅਗਲੇ ਸਕੱਤਰ ਰੂਪ ਸਿੰਘ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਸੰਬੰਧੀ ਰਹਿੰਦੀ ਕਾਰਵਾਈ ਮੁਕੰਮਲ ਕਰਵਾਉਂਦੇ। ਮੁੱਖ ਸਕੱਤਰ ਹੁੰਦਿਆਂ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੜਤਾਲ ਕਮਿਸ਼ਨ ਨੂੰ 19 ਮਈ 2016 ਨੂੰ ਅਗਨ ਭੇਟ ਹੋਏ ਤੇ ਨੁਕਸਾਨੇ ਗਏ ਪਾਵਨ ਸਰੂਪਾਂ ਦੀ ਗਿਣਤੀ ਤੇ ਲੜੀ ਨੰਬਰ ਮੁਹੱਈਆ ਕਰਵਾਉਂਦੇ। ਪਰ ਇਸ ਸੰਬੰਧੀ ਲਿਖਿਤ ਮੰਗ ਕਰਨ ਦੇ ਬਾਅਦ ਵੀ ਉਹਨਾਂ ਪੜਤਾਲ ਕਮੇਟੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਦੂਜੇ ਪਾਸੇ ਰੂਪ ਸਿੰਘ ਦਾ ਨਾਮ ਪੜਤਾਲੀਆ ਰਿਪੋਰਟ ਦੇ ਵਿੱਚ ਆਉਣ ਤੋਂ ਬਾਅਦ ਐਸਜੀਪੀਸੀ ਅੰਦਰ ਜੰਗ ਛਿੜ ਗਈ। ਮੁੱਖ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਰੂਪ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਇਸ ਪੂਰੇ ਮਾਮਲੇ 'ਚ ਮੈਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੂਪ ਸਿੰਘ ਨੇ ਕਿਹਾ ਕਿ ਜੇ ਐਸਜੀਪੀਸੀ ਪ੍ਰਧਾਨ ਨੂੰ ਲੱਗਦਾ ਸੀ ਕਿ ਮੈਂ ਗੁਨਹਗਾਰ ਹਾਂ ਤਾਂ ਫਿਰ ਮੇਰਾ ਅਸਤੀਫਾ ਪ੍ਰਵਾਨ ਨਾ ਕਰਦੇ ਬਲਕਿ ਮੇਰੇ ਤੇ ਕਾਰਵਾਈ ਕਰਨੀ ਚਾਹੀਦੀ ਸੀ। ਰੂਪ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਦਫ਼ਤਰੀ ਤੌਰ ਤੇ ਕੋਈ ਦੋਸ਼ ਪੱਤਰ ਅਜੇ ਤੱਕ ਨਹੀਂ ਮਿਲਿਆ। ਉਹਨਾਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ ਕਿ ਉਹ ਸੰਗਤ ਨੂੰ ਦੱਸਣ ਕਿ ਪਾਵਨ ਸਰੂਪ ਕਿਉਂ ਘਟੇ, ਕਿੰਨੇ ਘਟੇ ਤੇ ਕਿੱਥੇ ਗਏ। ਗੁਰਮੁਖ ਸਿੰਘ ਨੇ ਪਬਲੀਕੇਸ਼ਨ ਵਿਭਾਗ ਦੇ ਵਿੱਚ ਬੇਨੇਮੀਆਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਦੋ ਵਾਰ ਗੁਰਮੁਖ ਸਿੰਘ ਨੇ ਲਿਖਤੀ ਤੌਰ ਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ, ਪਰ ਕਾਰਵਾਈ ਨਾ ਹੋਣ ਦੇ ਬਾਵਜੂਦ ਉਸਨੇ ਐਸਜੀਪੀਸੀ ਪ੍ਰਧਾਨ ਜਾਂ ਮੈਂਬਰਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਨਹੀਂ ਲਿਆਂਦਾ। ਗੁਰਮੁਖ ਸਿੰਘ ਨੇ ਪਾਵਨ ਸਰੂਪਾਂ ਦੇ ਵਾਸਤਵਿਕ ਸਟਾਕ ਦੀ ਤਸਦੀਕ ਨਹੀਂ ਕੀਤੀ, ਜਦੋਂ ਕਿ ਸਟੋਰ ਰਸੀਦਾਂ ਤੇ ਉਸਦੇ ਦਸਤਖਤ ਹੁੰਦੇ ਸਨ। ਹਰਚਰਨ ਸਿੰਘ 3 ਨਵੰਬਰ 2015 ਆਰਡਰ ਨੰਬਰ 202 ਦੇ ਮੁਤਾਬਿਕ ਐਸਜੀਪੀਸੀ ਦੇ ਮੁੱਖ ਸਕੱਤਰ ਸਨ ਤੇ ਪਬਲੀਕੇਸ਼ਨ ਵਿਭਾਗ ਵੀ ਉਹਨਾਂ ਦੇ ਅਧੀਨ ਸੀ। ਆਪਣੇ ਕਾਰਜਕਾਲ ਦੌਰਾਨ ਉਹਨਾਂ ਕਦੇ ਵੀ ਪਾਵਨ ਸਰੂਪਾਂ ਦੀ ਵਾਸਤਵਿਕ ਤਸਦੀਕ ਨਹੀਂ ਕਰਵਾਈ, ਜਦਕਿ ਐਸਜੀਪੀਸੀ ਦਾ ਇਹ ਇੱਕ ਅਹਿਮ ਵਿਭਾਗ ਹੈ। ਉਹਨਾਂ ਦੀ ਜ਼ਿੰਮੇਵਾਰੀ ਸੀ 19 ਮਈ 2016 ਨੂੰ ਅਗਨ ਭੇਟ ਹੋਏ ਤੇ ਨੁਕਸਾਨੇ ਗਏ ਸਰੂਪਾਂ ਦੀ ਗਿਣਤੀ ਨੂੰ ਰਾਈਟ ਆਫ ਕਰਵਾਉਣ ਸੰਬੰਧੀ ਜਾਣਕਾਰੀ ਹਾਸਲ ਕਰਦੇ ਤੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਕਰਕੇ ਹੋਈ ਬੇਅਦਬੀ ਦੇ ਲਈ ਪਛਤਾਤਾਪ ਦਾ ਪ੍ਰਬੰਧ ਕਰਦੇ। ਆਪਣੇ ਕਾਰਜਕਾਲ ਦੌਰਾਨ ਉਹਨਾਂ ਇਸ ਵਿਭਾਗ ਦੇ ਆਡਿਟ ਸੰਬੰਧੀ ਵੀ ਧਿਆਨ ਨਹੀਂ ਦਿੱਤਾ। ਜੁਝਾਰ ਸਿੰਘ ਆਡਿਟ ਬ੍ਰਾਂਚ ਦੇ ਵਿੱਚ ਕੰਮ ਕਰਦਾ ਸੀ ਤੇ ਪਬਲੀਕੇਸ਼ਨ ਵਿਭਾਗ ਦੇ ਨਾਲ ਸੰਬੰਧਿਤ ਸੀ। ਉਸਨੇ ਸਾਲ 2012-2013 ਤੋਂ ਪਾਵਨ ਸਰੂਪਾਂ ਦੇ ਸਟੋਰ ਲੈਜ਼ਰ ਨੂੰ ਚੈੱਕ ਕੀਤਾ ਤੇ ਬੈਲੈਂਸ ਸ਼ੀਟਾਂ ਦਾ ਆਡਿਟ ਕਰਵਾਉਣ ਦੇ ਲਈ ਪਾਵਨ ਸਰੂਪਾਂ ਦੇ ਸਟਾਕ ਦਾ ਵੇਰਵਾ ਤਿਆਰ ਕੀਤਾ। ਜੁਝਾਰ ਸਿੰਘ ਮੁਤਾਬਿਕ ਕਮਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਹਿਸਾਬ ਕਿਤਾਬ ਰੱਖਣ ਦੇ ਵਿੱਚ ਕਮਜ਼ੋਰ ਸਨ। ਉਹ ਜੁਝਾਰ ਸਿੰਘ ਦੇ ਵੱਲੋਂ ਤਿਆਰ ਵੇਰਵਿਆਂ ਮੁਤਾਬਕ ਆਪਣੀ ਲੇਜ਼ਰ 'ਚ ਓਵਰਰਾਈਟਿੰਗ ਜਾਂ ਤਬਦੀਲੀ ਅਕਸਰ ਹੀ ਕਰ ਲੈਂਦਾ ਸੀ। ਪੜਤਾਲ ਕਮੇਟੀ ਨੂੰ ਸ਼ੱਕ ਹੈ ਕਿ ਇਸ ਨੇ ਬੇਨੇਮੀਆਂ ਨੂੰ ਰੋਕਣ ਦੀ ਬਜਾਏ ਉਤਸ਼ਾਹਿਤ ਕੀਤਾ ਹੈ। ਅਮਰਜੀਤ ਨੇ 19 ਮਈ 2016 ਨੂੰ ਨੁਕਸਾਨੇ ਗਏ ਪਾਵਨ ਸਰੂਪਾਂ ਦਾ ਰਿਕਾਰਡ ਗੋਇੰਦਵਾਲ ਸਾਹਿਬ ਵਿਖੇ ਦਰਜ ਨਹੀਂ ਕਰਵਾਇਆ। ਅਮਰਜੀਤ ਨੇ ਨਿਯਮਾਂ ਮੁਤਾਬਕ ਡਿਊਟੀ ਨਹੀਂ ਕੀਤੀ। ਉਸ ਨੂੰ ਪਾਵਨ ਸਰੂਪਾਂ ਦਾ ਰਿਕਾਰਡ ਦਰਜ ਨਾ ਹੋਣ ਬਾਰੇ ਐਸਜੀਪੀਸੀ ਪ੍ਰਧਾਨ ਜਾਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਸੀ। ਬੈਬਲ ਕਲਾਂ ਕਰਕੇ ਮਾਹੌਲ ਸੰਗੀਨ ਸੀ। ਇਸ ਤਰ੍ਹਾਂ ਪੜਤਾਲ ਕਮੇਟੀ ਇਹਨਾਂ ਨੂੰ ਦੋਸ਼ੀ ਮੰਨ ਕੇ ਬਣਦੀ ਕਾਰਵਾਈ ਦੀ ਮੰਗ ਕਰਦੀ ਹੈ। ਫਰਵਰੀ 2010 ਦੇ ਵਿੱਚ ਚਾਰਟਰਡ ਅਕਾਊਂਟੈਂਟ ਦੀ ਨਿਯੁਕਤੀ ਕੀਤੀ ਗਈ ਸੀ ਤਾਂ ਜੋ ਪ੍ਰੈਸਾਂ ਦੇ ਅਕਾਊਂਟ ਦਾ ਕੰਪਿਊਟਰੀਕਰਨ ਹੋ ਸਕੇ, ਰਿਕਾਰਡ ਆਨਲਾਈਨ ਹੋਵੇ। ਚਾਰਟਰਡ ਅਕਾਊਂਟੈਂਟ ਦੀ ਡਿਊਟੀ ਦੇ ਵਿੱਚ 4 ਕੰਮ ਮੌਜੂਦ ਸਨ। ਪਹਿਲਾ ਕੰਮ ਰੋਜ਼ਾਨਾ ਆਧਾਰ ਤੇ ਸਟੋਰ ਸਣੇ ਸਾਰੀਆਂ ਥਾਵਾਂ ਦਾ ਇੰਟਰਨਲ ਆਡਿਟ ਕਰਨਾ। ਦੂਜਾ ਕੰਮ ਸਾਰੀਆਂ ਥਾਵਾਂ ਦੇ ਖਾਤਿਆਂ ਦਾ ਰੋਜ਼ਾਨਾ ਆਧਾਰ ਤੇ ਕੰਪਿਊਟਰ ਤੇ ਰਿਕਾਰਡ ਰੱਖਣਾ। ਤੀਜਾ ਕੰਮ ਵਿਸ਼ਵ ਪ੍ਰਸਿੱਧ ਸਲਾਹਕਾਰ ਕੰਪਨੀ ਦੇ ਵੱਲੋਂ ਸਿਫਾਰਿਸ਼ ਕੀਤੇ ਗਏ ਇੰਟਰਨਲ ਕੰਟਰੋਲ ਸਿਸਟਮ ਨੂੰ ਲਾਗੂ ਕਰਨਾ। ਤੇ ਚੌਥਾ ਕੰਮ ਸੀ ਸਲਾਹਕਾਰ ਫਰਮ ਵੱਲੋਂ ਡਿਜ਼ਾਈਨ ਕੀਤੇ ਆਨਲਾਈਨ ਸਿਸਟਮ ਨੂੰ ਲਾਗੂ ਕਰਨਾ। ਪਰ ਹੁਣ ਤੱਕ ਨਾ ਤਾਂ ਆਨਲਾਈਨ ਸਿਸਟਮ ਲਾਗੂ ਹੋਇਆ ਤੇ ਨਾ ਹੀ ਇੰਟਰਨਲ ਕੰਟਰੋਲ ਸਿਸਟਮ ਹੀ ਚੱਲਿਆ। ਜੋ ਇੰਟਰਨਲ ਕੰਟਰੋਲ ਸਿਸਟਮ ਲਾਗੂ ਹੁੰਦਾ ਤਾਂ ਲੈਜ਼ਰਾਂ ਦੇ ਵਿੱਚ ਆਈ ਉਣਤਾਈਆਂ ਨਾ ਰਹਿੰਦੀਆਂ ਤੇ ਪਾਵਨ ਸਰੂਪਾਂ ਦੀ ਗਿਣਤੀ 'ਚ ਵਾਧ ਘਾਟ ਨਾ ਹੁੰਦੀ, ਜੋ ਸਾਲ 2013-2014 ਤੋਂ ਲਗਾਤਾਰ ਜਾਰੀ ਹੈ। ਰਿਕਾਰਡ ਦਾ ਵੀ ਕੰਪਿਊਟਰੀਕਰਨ ਨਹੀਂ ਹੋਇਆ, ਜਿਸ ਕਰਕੇ ਲੈਜ਼ਰਾਂ ਦੇ ਵਿੱਚ ਹੁਣ ਤੱਕ ਕੱਚੀ ਪੈਨਸਲ ਦੇ ਨਾਲ ਹੀ ਰਿਕਾਰਡ ਦਰਜ ਹੋ ਰਿਹਾ ਹੈ। ਚਾਰਟਰਡ ਅਕਾਊਂਟੈਂਟ ਦੀ ਨਿਯੁਕਤੀ ਦੇ 10 ਸਾਲ ਬਾਅਦ ਵੀ ਕੰਮ ਅਧੂਰੇ ਨੇ। ਅਸਲ ਦੇ ਵਿੱਚ ਐਸਐਸ ਕੋਹਲੀ ਚਾਰਟਰਡ ਅਕਾਊਂਟੈਂਟ ਜੋ ਕਿ ਪ੍ਰੋਪਰਾਈਟਰ ਫਰਮ ਹੈ, ਉਸ ਨੂੰ 4 ਕੰਮ ਦਿੱਤੇ ਗਏ ਸਨ ਜੋ ਪੂਰੇ ਨਹੀਂ ਹੋਏ। ਕਮੇਟੀ ਨੇ ਪਾਇਆ ਕਿ ਉਸਨੇ ਆਪਣੀ ਡਿਊਟੀ ਦਾ ਸਿਰਫ 25% ਕੰਮ ਕੀਤਾ ਹੈ। ਇਸ ਲਈ ਹੁਣ ਤੱਕ ਉਸ ਨੂੰ ਹੋਏ ਭੁਗਤਾਨ ਦਾ 75% ਪੈਸਾ ਐਸਜੀਪੀਸੀ ਨੂੰ ਵਾਪਸ ਵਸੂਲਣ ਦੀ ਸਿਫਾਰਿਸ਼ ਕੀਤੀ ਗਈ ਹੈ।
क्योंकि एसजीपीसी कोई कमर्शियल संस्था नहीं। संगत ਦੇ ਪੈਸੇ ਚੋਂ ਹੀ ਸਤਿੰਦਰ ਕੋਹਲੀ ਫਰਮ ਨੂੰ ਪੈਸਾ ਦਿੱਤਾ ਗਿਆ ਜਿਸ ਨੇ ਆਪਣਾ ਕੰਮ ਪੂਰਾ ਨਹੀਂ ਕੀਤਾ। ਇਸ ਲਈ ਸੰਗਤ ਦਾ ਪੈਸੇ ਦੀ ਇਸ ਤਰ੍ਹਾਂ ਦੁਰਵਰਤੋਂ ਨਹੀਂ ਹੋ ਸਕਦੀ। ਜੇ ਕੋਹਲੀ ਫਰਮ ਨੇ ਆਪਣਾ ਕੰਮ ਪੂਰਾ ਕੀਤਾ ਹੁੰਦਾ, ਰਿਕਾਰਡ ਦਾ ਕੰਪਿਊਟਰੀਕਰਨ ਹੋ ਜਾਂਦਾ ਤਾਂ ਲੇਜ਼ਰਾਂ ਦਾ ਇੰਨਾ ਮਾੜਾ ਹਾਲ ਨਹੀਂ ਹੁੰਦਾ। ਐਸਜੀਪੀਸੀ ਤੇ ਧੱਬਾ ਨਾ ਲੱਗਦਾ। ਰਿਪੋਰਟ ਦੇ ਵਿੱਚ ਇਹ ਵੀ ਦਰਜ ਹੈ ਕਿ ਐਸਐਸ ਕੋਹਲੀ ਐਂਡ ਐਸੋਸੀਏਟ ਨੇ ਮਿਤੀ 16 ਜੂਨ 2016 ਨੂੰ ਇੱਕ ਆਫਿਸ ਨੋਟ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਨੂੰ ਜਾਰੀ ਕੀਤਾ ਸੀ ਜਿਸ ਵਿੱਚ ਕੁਝ ਅਹਿਮ ਨੁਕਤੇ ਸਨ। ਇਸ ਆਫਿਸ ਨੋਟ ਦੇ ਵਿੱਚ ਕਿਹਾ ਗਿਆ ਸੀ ਕਿ 골ਡਨ ਆਫਸੈਟ ਪ੍ਰੈਸ ਵਿਖੇ ਪਬਲੀਕੇਸ਼ਨ ਵਿਭਾਗ ਦੇ ਵਿੱਚ ਕੀਤੀ ਚੈਕਿੰਗ ਦੌਰਾਨ ਇਹ ਵੇਖਣ ਦੇ ਵਿੱਚ ਆਇਆ ਹੈ ਕਿ ਇੱਥੇ ਪਏ ਸਟਾਕ ਦੀ ਕੋਈ ਵੀ ਆਈਟਮ ਚਾਹੇ ਉਹ ਪਾਵਨ ਸਰੂਪ ਹੋਣ, ਚਾਹੇ ਉਹ ਕੋਈ ਵੀ ਧਾਰਮਿਕ ਕਿਤਾਬ ਜਾਂ ਗੁਟਕਾ ਸਾਹਿਬ ਹੋਣ, ਕਿਸੇ ਦੀ ਵੀ ਗਿਣਤੀ ਸਟਾਕ ਲੇਜ਼ਰ ਦੇ ਨਾਲ ਮੇਲ ਨਹੀਂ ਖਾਂਦੀ। ਅਕਸਰ ਇਹਨਾਂ ਦੀ ਪੋਸਟਿੰਗ ਵੀ ਲੇਜ਼ਰ ਦੇ ਵਿੱਚ ਗਲਤ ਹੀ ਕਰ ਦਿੱਤੀ ਜਾਂਦੀ ਹੈ। ਲੇਜ਼ਰ ਦੇ ਵਿੱਚ ਬਹੁਤ ਥਾਵਾਂ ਤੇ ਕਟਿੰਗ ਵੀ ਕੀਤੀ ਹੋਈ ਹੈ। ਕੁਝ ਸਟਾਕ ਤਾਂ ਲੇਜ਼ਰ ਦੇ ਵਿੱਚ ਨੈਗੇਟਿਵ ਵੀ ਨੇ। ਇਹਨਾਂ ਵੱਲੋਂ ਲੇਜ਼ਰਾਂ ਬਿਲਕੁਲ ਠੀਕ ਢੰਗ ਦੇ ਨਾਲ ਨਹੀਂ ਲਿਖੀਆਂ ਗਈਆਂ ਅਤੇ ਨਾ ਹੀ ਲੇਜ਼ਰਾਂ ਦੇ ਵਿੱਚ ਸਟਾਕ ਬਾਰੇ ਕੁਝ ਪਤਾ ਚੱਲਦਾ ਹੈ। ਇਹਨਾਂ ਦੇ ਵੱਲੋਂ ਜੋ ਵੀ ਲਿਟਰੇਚਰ ਆਦਿ ਵੇਚਿਆ ਜਾਂਦਾ ਹੈ ਉਹਨਾਂ ਦੇ ਵਿੱਚੋਂ ਕੁਝ ਤਾਂ ਕੈਸ਼ ਅਤੇ ਕੁਝ ਉਧਾਰ ਵੇਚਿਆ ਜਾਂਦਾ ਹੈ, ਪਰ ਇਹਨਾਂ ਦੇ ਵੱਲੋਂ ਉਧਾਰ ਵੇਚੇ ਲਿਟਰੇਚਰ ਦੀ ਕੋਈ ਡਿਟੇਲ ਮੌਜੂਦ ਨਹੀਂ ਅਤੇ ਨਾ ਹੀ ਇਹਨਾਂ ਦੇ ਵੱਲੋਂ ਕੋਈ ਸਬ ਲੇਜ਼ਰ ਲਗਾਈ ਗਈ ਹੈ। ਕਈ ਵਾਰ ਲਿਟਰੇਚਰ ਜਾਂ ਪਾਵਨ ਸਰੂਪ ਦੇਣ ਵਾਲੇ ਵਾਊਚਰਾਂ ਦੇ ਨਾਲ ਕੋਈ ਵੀ ਆਗਿਆ ਲੈਟਰ ਅਟੈਚ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਵੱਲੋਂ ਲੇਜ਼ਰਾਂ ਤੇ ਪੋਸਟਿੰਗ ਹੀ ਕੀਤੀ ਜਾਂਦੀ ਹੈ। ਇਸ ਸੰਬੰਧੀ ਜਲਦ ਤੋਂ ਜਲਦ ਪੜਤਾਲ ਕਰਵਾ ਕੇ ਸਟਾਕ ਨੂੰ ਮਿਲਾ ਕੇ ਸਾਰੇ ਫਰਕ ਕੱਢਣੇ ਚਾਹੀਦੇ ਨੇ ਅਤੇ ਅੱਗੇ ਤੋਂ ਇਹਨਾਂ ਨੂੰ ਸਹੀ ਢੰਗ ਦੇ ਨਾਲ ਤਿਆਰ ਕਰਨ ਦੀ ਤਾਕੀਦ ਕਰਨੀ ਚਾਹੀਦੀ ਹੈ। ਅਸੀਂ ਇਸ ਸੰਬੰਧੀ ਸਾਡੇ ਵੱਲੋਂ ਤਿਆਰ ਕੰਪਿਊਟਰਾਈਜ਼ਡ ਸਟਾਕ ਲੇਜ਼ਰ ਦੀ ਕਾਪੀ ਨੱਥੀ ਕਰ ਰਹੇ ਹਾਂ। ਹਾਲਾਂਕਿ ਇਸ ਆਫਿਸ ਨੋਟ ਕਿਸੇ ਮੀਮੋ ਨੰਬਰ ਦੇ ਨਾਲ ਜਾਰੀ ਕੀਤਾ ਗਿਆ, ਇਸ ਬਾਰੇ ਇਸ ਨੋਟ ਦੇ ਵਿੱਚ ਕੋਈ ਜਾਣਕਾਰੀ ਨਹੀਂ ਹੈ। ਇਹ ਨੋਟ ਕਮੇਟੀ ਪ੍ਰਧਾਨ ਤੱਕ ਕਿਵੇਂ ਪਹੁੰਚਿਆ ਇਸ ਬਾਰੇ ਵੀ ਕੋਈ ਤੱਥ ਪੇਸ਼ ਨਹੀਂ ਕੀਤਾ ਗਿਆ। ਸਟਾਕ ਲੇਜ਼ਰ ਦੀ ਕਾਪੀ ਜੋ ਇਸ ਰਿਪੋਰਟ ਦੇ ਨਾਲ ਨੱਥੀ ਕੀਤੀ ਦਰਸਾਈ ਗਈ ਹੈ ਉਹ ਵੀ ਪੜਤਾਲੀਆ ਕਮਿਸ਼ਨ ਦੇ ਮੰਗਣ ਤੇ ਹੀ ਪੇਸ਼ ਨਹੀਂ ਕੀਤੀ ਗਈ। ਪੜਤਾਲੀਆ ਰਿਪੋਰਟ ਦੇ ਵਿੱਚ ਅੰਤਰਿੰਗ ਕਮੇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਵੀ ਜ਼ਿਕਰ ਹੈ। 19 ਮਈ 2016 ਨੂੰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋਣ ਦੀ ਮੰਦਭਾਗੀ ਘਟਨਾ ਤੋਂ ਬਾਅਦ ਉਸ ਵੇਲੇ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਤੇ ਅਹੁਦੇਦਾਰ ਅਧਿਕਾਰੀਆਂ ਸਣੇ ਮੌਕੇ ਉੱਤੇ ਪਹੁੰਚੇ ਸਨ। ਮਰਿਆਦਾ ਮੁਤਾਬਕ ਇਸ ਘਟਨਾ ਦੇ ਲਈ ਗੁਰੂ ਸਾਹਿਬ ਅੱਗੇ ਪਛਤਾਪ ਵਜੋਂ ਅਰਦਾਸ ਕਰਨੀ ਜਾਂ ਕਰਵਾਉਣੀ ਅੰਤਰਿੰਗ ਕਮੇਟੀ ਅਹੁਦੇਦਾਰਾਂ ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ। ਕਿਸੇ ਨੇ ਵੀ ਇਸ ਘਟਨਾ ਦੇ ਲਈ ਪਛਤਾਪ ਕਰਨਾ ਯੋਗ ਨਹੀਂ ਸਮਝਿਆ। ਇਹ ਬਹੁਤ ਬੱਜਰ ਗਲਤੀ ਸੀ। ਐਸਜੀਪੀਸੀ ਦੇ ਵੱਲੋਂ ਪਛਤਾਪ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਵਾਉਣਾ ਚਾਹੀਦਾ ਸੀ। ਪੜਤਾਲੀਆ ਕਮੇਟੀ ਨੇ ਬੜੇ ਸਪਸ਼ਟ ਤੌਰ ਤੇ ਗਾਇਬ ਸਰੂਪਾਂ, ਅਗਨ ਭੇਟ ਹੋਏ ਸਰੂਪਾਂ ਤੇ ਘਾਟੇ ਨੂੰ ਪੂਰਾ ਕਰਨ ਦੇ ਲਈ ਅਣਅਧਿਕਾਰਿਤ ਤੌਰ ਤੇ ਤਿਆਰ ਕੀਤੇ ਗਏ ਸਰੂਪਾਂ ਬਾਰੇ ਐਸਜੀਪੀਸੀ ਨੂੰ ਰਿਪੋਰਟ ਇਹ ਸੌਂਪੀ ਹੈ। ਪਰ ਐਸਜੀਪੀਸੀ ਹੁਣ ਇਸ ਰਿਪੋਰਟ ਦੇ ਉੱਤੇ ਵੱਡੀ ਕਾਰਵਾਈ ਕਰਨ ਤੋਂ ਪਿੱਛੇ ਹਟਦੀ ਨਜ਼ਰ ਆਉਂਦੀ ਹੈ। ਐਸਜੀਪੀਸੀ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਪੜਤਾਲੀਆ ਕਮੇਟੀ ਦੀ ਰਿਪੋਰਟ 'ਚ ਮੁਲਜ਼ਮ ਠਹਿਰਾਏ ਗਏ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰਨਗੇ, ਬਲਕਿ ਐਸਜੀਪੀਸੀ ਆਪਣੇ ਪੱਧਰ ਦੇ ਉੱਤੇ ਹੀ ਕਾਰਵਾਈ ਕਰੇਗੀ। ਅਸੀਂ ਸ਼ਬਦੀ ਕਮੇਟੀ ਆਪਣੇ ਆਪ ਬਹੁਤ ਸਮਰੱਥ ਹੈ, ਆਪਣੇ ਆਪ ਸਜ਼ਾ ਵੀ ਦੇ ਸਕਦੀ ਹੈ ਨਿਯਮਾਂ ਅਨੁਸਾਰ ਔਰ ਧਾਰਮਿਕ ਤੌਰ ਤੇ ਵੀ ਸਜ਼ਾ ਦਿੱਤੀ ਜਾਂਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਬਾਹਰਲੀ ਲੋਕ ਆ ਕੇ ਇਹਦੇ ਵਿੱਚ ਦਖਲਅੰਦਾਜ਼ੀ ਕਰਨ, ਭਾਵੇਂ ਕੋਈ ਵੀ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਸਰੂਪਾਂ ਦੇ ਮਾਮਲੇ ਦੇ ਵਿੱਚ ਇੰਨੀ ਵੱਡੀ ਹੇਰਾਫੇਰੀ ਹੋਈ। ਰਿਪੋਰਟ ਦੇ ਵਿੱਚ ਪੈਸੇ ਦੇ ਹੇਰ-ਫੇਰ ਦੀ ਗੱਲ ਵੀ ਬੜੇ ਸਪਸ਼ਟ ਤੌਰ ਤੇ ਲਿਖੀ ਗਈ ਹੈ ਜੋ ਕਿ ਇੱਕ ਕਾਨੂੰਨੀ ਅਪਰਾਧ ਹੈ। ਜਥੇਦਾਰ ਸਾਹਿਬ ਵੀ ਇਸ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਦੇ ਹੱਕ ਵਿੱਚ ਨੇ, ਪਰ ਫਿਰ ਐਸਜੀਪੀਸੀ ਦੀ ਐਸੀ ਕਿਹੜੀ ਮਜਬੂਰੀ ਹੈ ਕਿ ਹੁਣ ਉਹ ਕਾਨੂੰਨੀ ਕਾਰਵਾਈ ਤੋਂ ਪਿੱਛੇ ਹਟ ਰਹੀ ਹੈ, ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ।